ਵਾਹਿਗੁਰੂ ਸਾਹਿਬ ਜੀਓ। ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੋ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਮਾਘ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਰਾਜਨ ਰਾਜ, ਭਾਨਨ ਭਾਨ, ਦੇਵਨ ਦੇਵ, ਉਪਮਾ ਮਹਾਨ, ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਸੰਗਤ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਜੁੜ ਬੈਠੇ ਸਤ ਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸੰਗਤ ਵਿੱਚ ਹਾਜ਼ਰੀ ਭਰੀ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਦਿਓ। ਸੰਗਤ ਵਿੱਚ ਆ ਕਰਕੇ ਆਪਾਂ ਨੂੰ ਮਾਲਕ ਦੇ ਹੁਕਮ ਦੀ ਸਮਝ ਲੱਗ ਜਾਂਦੀ ਹੈ। ਹੁਕਮ ਨੂੰ ਸਮਝ ਕੇ, ਹੁਕਮ ਨੂੰ ਮੰਨ ਕੇ ਜੀਵ ਉਸ ਪਰਮਾਤਮਾ ਦੇ ਵਿੱਚ ਜਿਉਂਦਿਆਂ ਲੀਨ ਹੋ ਜਾਂਦਾ ਹੈ। ਆਵਨ ਜਾਣਾ ਹੁਕਮ ਤਿਸੇ ਕਾ, ਹੁਕਮੈ ਬੁੱਝ ਸਮਾਵੇਂਗੇ। ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਸੰਗਤ ਵਿੱਚ ਹਾਜ਼ਰੀ ਭਰੀ ਹੈ। ਮਾਘ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਮਾਘ ਦੇ ਮਹੀਨੇ 'ਚ ਆਪਾਂ ਨੂੰ ਸਮਝਾਉਣਾ ਕਰਦੇ ਹਨ ਕਿ ਇਹ ਪ੍ਰਾਣੀ, ਦੁਨੀਆ ਦੇ ਵਿੱਚ ਜਿਹੜੀ ਤੇਰੀ ਉਸਤਤ ਹੈ ਉਹ ਤੇਰੇ ਵਿਹਾਰਕ ਪੱਖ ਨਾਲ ਹੋਵੇਗੀ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਪਾਵਨ ਬਚਨ, ਉਸਤਤ ਨਿੰਦਿਆ ਨਾਹੀਂ ਦੇ, ਕੰਚਨ ਲੋਹ ਸਮਾਨ,
ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਹਰੇਕ ਬੰਦਾ ਇਹੀ ਚਾਹੁੰਦਾ ਹੈ ਕਿ ਮੈਂ ਕਰਮ ਜਿਹੜਾ ਮਰਜ਼ੀ ਕਰਾਂ, ਪਰ ਮੇਰੀ ਉਸਤਤ ਜਗਤ ਵਿੱਚ ਹੋਵੇ, ਜੱਗ ਵਿੱਚ ਮੇਰੀ ਉਸਤਤ ਹੋਵੇ, ਸ਼ੋਭਾ ਹੋਵੇ, ਜੈ ਜੈਕਾਰ ਹੋਵੇ। ਪਰ ਆਪਾਂ ਦੀ ਉਸਤਤ ਸਾਡੇ ਵਿਹਾਰਕ ਪੱਖ ਨੂੰ ਮੁੱਖ ਰੱਖਦਿਆਂ ਉਸਤਤ ਹੋਣਾ ਕਰਦੀ ਹੈ। ਜੇ ਸਾਡਾ ਵਿਹਾਰਕ ਪੱਖ ਠੀਕ ਨਹੀਂ, ਆਪਾਂ ਚਾਹੁੰਦੇ ਹਾਂ ਸਾਡੀ ਸ਼ੋਭਾ ਹੋਵੇ ਪਰ ਨਹੀਂ ਹੋਵੇਗੀ। ਪਾਤਸ਼ਾਹ ਬਾਣੀ 'ਚ ਬਚਨ ਕਰਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਮਨ ਵਿੱਚ, ਸਰੀਰ ਵਿੱਚ ਨਾਮ ਟਿਕਾਉਣਾ ਪਵੇਗਾ, ਫਿਰ ਜੈ ਜੈਕਾਰ ਹੋਵੇਗੀ। ਇੱਕ ਪਿਤਾ ਆਪਣੇ ਬੱਚਿਆਂ ਨੂੰ ਆਵਾਜ਼ ਮਾਰਦਾ ਹੈ। ਆਵਾਜ਼ ਕਿਵੇਂ ਮਾਰਦਾ ਹੈ? ਆਪਣੇ ਬੱਚਿਆਂ ਨੂੰ ਇੱਕ ਨੂੰ ਕਹਿੰਦਾ ਓਏ ਕੁੱਤਿਆ, ਦੂਜੇ ਨੂੰ ਕਹਿੰਦਾ ਓਏ ਬਿੱਲਿਆ। ਇੱਕ ਜਾਣਕਾਰ ਨੇ ਉਹਨੂੰ ਪੁੱਛਿਆ ਕਿ ਤੁਸੀਂ ਇਦਾਂ ਇਹਨਾਂ ਨੂੰ ਕਿਉਂ ਆਵਾਜ਼ਾਂ ਮਾਰਦੇ ਹੋ? ਇੱਕ ਨੂੰ ਕੁੱਤਿਆ ਕਹਿ ਰਹੇ ਹੋ, ਇੱਕ ਨੂੰ ਬਿੱਲਿਆ ਕਹਿ ਰਹੇ ਹੋ, ਕੀ ਕਾਰਨ ਹੈ? ਪਿਤਾ ਕਹਿਣ ਲੱਗਾ ਕਿ ਜੇ ਇਹਨਾਂ ਦਾ ਵਿਹਾਰਕ ਪੱਖ ਠੀਕ ਹੋਵੇਗਾ, ਇਹਨਾਂ ਦਾ ਜੀਵਨ ਸੋਹਣਾ ਹੋਵੇਗਾ, ਤੇ ਲੋਕ ਇਹਨਾਂ ਨੂੰ ਕੁਤਬੁਦੀਨ, ਬੁਲੰਦ ਖਾਂ ਕਹਿ ਕੇ ਆਵਾਜ਼ ਮਾਰਨਗੇ। ਪਰ ਜੇ ਇਹਨਾਂ ਦਾ ਵਿਹਾਰਕ ਪੱਖ ਠੀਕ ਨਾ ਹੋਇਆ, ਤੇ ਮੈਂ ਭਾਵੇਂ ਇਹਨਾਂ ਨੂੰ ਜਿਹੜੇ ਮਰਜ਼ੀ ਨਾਂ ਨਾਲ ਪੁਕਾਰ ਦੇਵਾਂ, ਲੋਕ ਇਹਨਾਂ ਦੀ ਜੈ ਜੈਕਾਰ ਨਹੀਂ ਕਰਨਗੇ। ਆਪਾਂ ਦਾ ਵੀ ਵਿਹਾਰਕ ਪੱਖ ਵੇਖਿਆ ਜਾਂਦਾ ਹੈ। ਗਲੀ ਮੁਹੱਲੇ ਵਿੱਚ, ਆਂਢ ਗੁਆਂਢ ਵਿੱਚ ਜੇ ਵਿਹਾਰਕ ਪੱਖ ਠੀਕ ਹੈ ਤੇ ਸਾਰੇ ਸ਼ੋਭਾ ਕਰਦੇ ਨੇ, ਪਰ ਜੇ ਨਹੀਂ ਤੇ ਸਾਰੇ ਥੂ ਥੂ ਕਰਦੇ ਨੇ। ਮੁੱਖ ਤੇ ਭਾਵੇਂ ਨਾ ਕਹਿਣ, ਪਰ ਅੱਗੋਂ ਪਿੱਛੋਂ ਬੰਦੇ ਦੀ ਥੂ ਥੂ ਹੁੰਦੀ ਹੈ। ਸਤਿਗੁਰੂ ਨੇ ਮਾਘ ਦੇ ਮਹੀਨੇ 'ਚ ਵੀ ਸਮਝਾਉਣਾ ਕੀਤਾ ਹੈ, ਹੇ ਜੀਵ, ਤੈਨੂੰ ਆਪਣਾ ਆਪ ਬਦਲਣਾ ਪਵੇਗਾ, ਫਿਰ ਤੇਰੀ ਦੁਨੀਆ ਦੇ ਵਿੱਚ ਜੈ ਜੈਕਾਰ ਹੋਵੇਗੀ, ਸ਼ੋਭਾ ਹੋਵੇਗੀ। ਜੇ ਨਹੀਂ ਆਪਣੇ ਆਪ ਨੂੰ ਬਦਲੇਗਾ ਤੇ ਫਿਰ ਸੋਚਦਾ ਮਨੁੱਖ ਇਹੀ ਹੈ ਕਿ ਮੇਰੀ ਚਰਚਾ ਹੋਵੇ ਪਰ ਫਿਰ ਨਹੀਂ ਹੋ ਸਕਦੀ, ਮੇਰੀ ਵਡਿਆਈ ਹੋਵੇ ਫਿਰ ਨਹੀਂ ਹੋ ਸਕਦੀ, ਜੇ ਤੇਰੇ ਕੋਲ ਚੰਗਾ ਜੀਵਨ ਨਹੀਂ ਹੈ। ਆਰੰਭਲੀਆਂ ਪੰਕਤੀਆਂ 'ਚ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਦੇ ਵਿੱਚ ਇਸ਼ਨਾਨ ਕਰਨਾ ਹੈ, ਸੰਗਤ ਵਿੱਚ ਆ ਕੇ ਗੁਰਮੁਖਾਂ ਦੀ ਸੰਗਤ ਵਿੱਚ ਬੈਠਣਾ ਕਰ। ਇਥੋਂ ਨਿਮਰਤਾ ਦੇ ਨਾਲ ਜਿਹੜਾ ਗਿਆਨ ਤੈਨੂੰ ਮਿਲ ਰਿਹਾ, ਸਤਿਗੁਰਾਂ ਦਾ ਗਿਆਨ, ਨਿਮਰਤਾ ਦੇ ਨਾਲ ਆਪਣੇ ਮਨ ਨੂੰ ਇਸ ਵਿੱਚ ਇਸ਼ਨਾਨ ਕਰਾਉਣਾ ਕਰ। ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਧੂੜੀ ਦਾ ਅਰਥ ਆਪਾਂ ਨਿਮਰਤਾ ਕਰਾਂਗੇ, ਕਿਉਂਕਿ ਬਾਣੀ 'ਚ ਸਤਿਗੁਰੂ ਨੇ ਬਚਨ ਕੀਤੇ ਨੇ, ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤ ਸਰ ਤੀਰਥ ਨਾਏ। ਸਭ ਕਹਿੰਦੇ ਤੇਰੇ ਅੰਦਰ ਇੱਕ ਤੀਰਥ ਹੈ, ਅੰਤਰ ਤੀਰਥ ਗਿਆਨ ਹੈ, ਗਿਆਨ ਦਾ ਤੀਰਥ। ਜਦੋਂ ਅੰਦਰਲੇ ਤੀਰਥ ਤੇ ਇਸ਼ਨਾਨ ਕਰੇਗਾ, ਗਾਵੀਐ ਸੁਣੀਐ ਮਨ ਰੱਖੀਐ ਭਾਓ। ਪਾਤਸ਼ਾਹ ਕਹਿੰਦੇ ਨੇ, ਗਾ ਕੇ ਸੁਣ ਕੇ ਆਪਣੇ ਮਨ 'ਚ ਜੇ ਤੂੰ ਬਚਨ ਵਸਾਵੇਂਗਾ, ਗਾਵੀਐ ਸੁਣੀਐ
गा के सुन के अपने अंदर प्यार रखेगा। अंतरगत तीर्थ मल नहाओ, अपने अंदर तेनू इशनान करना पैना, मन नू इशनान कराउणा पैना। क्योंकि शस्त्रां दे विच, हिंदू शस्त्रां दे विच दस्सिया कि माघी दे इस पहले दिन जेकर असी प्रयाग तीर्थ इलाहाबाद जाके इशनान करांगे तो सानू बड़ा महात्म प्राप्त होवेगा। यह भी प्रचलित किया गया सी, एक बोड़ दा दरखत प्रयाग तीर्थ ते कि जेड़ा भी अपना सब कुछ दान पुण्य करके बोड़ दे दरखत के उत्तों छाल मार देवेगा, खत्म हो जाएगा, उन्होंने अगे मुक्ति मिलेगी। बहुत लोग मुक्ति प्राप्त करने वास्ते प्रयाग तीर्थ ते जाते सन। पुजारियां नूं अपना सब कुछ दान पुण्य करते ने, सोचते ने कि आपां मुक्ति लै लईए, ते मुक्ति की प्राप्ति वास्ते वो बोड़ दे दरखत के उत्तों छाल मारते ने ते खत्म हो जाते ने। उस बोड़ दे दरखत नूं कहंदे ने जहांगीर ने वढाउणा कीता। इस तरीके नाल साहब कहंदे तैनू मुक्ति नहीं मिल सकती। गुरु अर्जन पातशाह महाराज ने भी एक अष्टपदी उच्चारण की, जिस विच साहब ने समझाउणा कीता, पाठ पढ़ियो अर वेद विचारियो, निवल भुअंगम साधे, पंच जना स्यू संग न छुटकियो, अधिक अहंग बुद्ध बाधे, प्यारे इन बिद मिलन न जाई, मैं किए कर्म अनेका, हार परियो स्वामी कै द्वारे, दीजै बुद्ध विवेका, मोन पयो कर पाती रहियो, नगन फिरियो बन माही, तट तीरथ सब धरती भ्रमियो, दुबदा छुटके नाही, मन कामना तीर्थ जाए बसियो, सिर करवत धराए, मन की मैल ना उतरे ए बिद, जे लख जतन कराए। बारी तौर ते भावें जिन्ने मर्जी तीर्थां ते तू इशनान कर ला, तेरे शरीर दी मैल दूर हो सकती है, पर पातशाह कहंदे ने मन दी मैल दूर नहीं हो सकती। बाणी च भी सतगुरु ने बड़े प्यारे बचन लिखे ने, और रल मिल के इन्हां बचनां नूं पढ़ीए। 2 बार दास पढ़ेगा, 2 बार तुसीं पढ़ने कि जे मन दे विच खोट है, काम बैठे मन दे विच, साहब कहंदे ने शरीर तेरा ते पवित्र हो जाएगा। शरीर बाहरों मैल लथ सकती है, पर तेरे अंदरों मैल नहीं लथ सकती, मन नहीं साफ हो सकता। और रल मिल के पावन बचन पढ़िए। नावण चले तीरथी, नावण चले तीरथी, मन खोटे तन चोर, मन खोटे तन चोर, एक पौ लथी नातिया, एक पौ लथी नातिया, दोए पा चढ़िए सोहर, दोए पा चढ़िए सोहर, सतगुरु समझाउंदे ने नावण चले तीर्थी, मन खोटे तन चोर। मन खोटे, अंदर काम रूपी चोर बैठे। एक पौ लथी नातिया, एक हिस्सा बारी शरीर साफ हो गया, दोए भा चढ़ी सोहर, दूनी मन नूं मैल लागी हंकार दी कि मैं तीर्थां ते इशनान कीता, मैं तीर्थ यात्रा की, इन्नी वारी मैं फलाने तीर्थ ते गए, तीर्थ ते जाके जां ते बंदा प्रण करके आए कि सतगुरु अज मैं हजूर साहब तुहाडे दर्शन करन आए, अज मैं अमृतसर साहब दर्शन करन आए, अज तो बाद मैं गुस्सा करना छड्डांगा, जदों अगली वारी जावे मैं हंकार छड्डांगा, जदों अगली वारी जावे मैं ईरखा छड्डांगा, कुछ ना कुछ छड्ड के आए, फिर ते गुरु प्यारे फायदा है। ते जे साहब कहंदे कुछ छड्डिया ही नहीं, सगों होर मन च हंकार आ गया,
सतगुरु जी समझाउंदे ने, पाप करे पंचां कै बसरे। मनुख पंजां चोरां दे वस हो के ते पाप करदा है। फिर पुजारियां नूं जाके पुछदा कि ये जिहड़े पाप मैं कीते ने किवें साफ होण, किवें मैं अंदरों निर्मल होवां। पुजारी कहंदा तू इशनान कर तीर्थां ते जाके, दान पुण्य कर। बंदा तीर्थां ते जांदा है, दान पुण्य करदा, इशनान करदा, सोचदा मेरे पाप उतर गए। फिर आके दोबारा फिर पाप करने शुरू कर दिंदा है। फिर इहनूं कहा जांदा भलिया तैनूं किन्नी वारी तीर्थां ते जांदियां समा हो गया, तू क्यों नहीं बदलदा? कहण लगा कोई गल नहीं, पहला भी तीर्थां ते जाके इशनान कीता सी, पाप धुप गए सी, एक चुब्बी फिर लावांगे ते जिहड़े हुण पाप कर रहे हैं भी धुप जाणगे। पातशाह कहंदे पाप करे पंचां के बसरे, तीर्थ नहाए कहें सब उतरे। कहंदे तीर्थ ते नहाता ते उतर गए, फिर पाप कमाउंदा। सतगुरु कहंदे इदां तेरा जन्म सफल नहीं हो सकदा। मन नूं इशनान कराउणा पवेगा। तीर्थ नहावण जाओ, तीर्थ नाम है, तीर्थ शब्द विचार अंतर ज्ञान है। गुरु दे शब्द नूं अपने मन च वसाउणा पवेगा, अमल करना पवेगा। तीर्थ शब्द विचार अंतर ज्ञान है। गुर ज्ञान साचा थान तीर्थ, 10 पुरब सदा 10 हरा। हौ नाम हर का सदा जाचों, देह प्रभ तरनी तरा। बेनती करनी पवेगी सतगुरु मैनू अपने नाम की दात दिओ। हो नाम हर का सदा जाचों, देह प्रभ तरनी धरा। हे धरती दे मालक किरपा कर मैनू अपने नाम की दात बख्श, क्योंकि नाम तो बिना संसार रोगी, नाम दारू मैल लागै सच बिना। संसार जिहड़ा है विकारां दे विच फस जांदा है। नाम तो बिना संसार रोगी, नाम दारू। मालक दा नाम दवाई है, संसार रोगी नाम दारू मैल लागै सच बिना। सच्चे सतगुरां दे हुक्म नूं मन्नण तो बिना, रब दे निजम च उल्ट चलण तो बिना मन नूं मैल लगदी है। गुरवाक निर्मल सदा चानण, नित साच तीर्थ समझना। सच्चा तीर्थ है गुरु दे शब्द नाल अपने मन नूं धो लेना। बाबा कबीर जी समझाउंदे ने, कहंदे ने अंतर मैल जे तीर्थ नहावे तिस बैकुंठ ना जाना। कि जे तेरे अंदर मैल है ते तू नहाउंदा तीर्थां ते फिर रहे, कहंदे तू सोचे कि मैं स्वर्गां च जावांगा। अंतर मैल जे तीर्थ नहावे तिस बैकुंठ ना जाना। लोक पतीणे कशु ना होवे, ना ही राम इयाना। लोग खुश हो जाणगे कि बंदा बड़ा धर्मी है, ये बड़े तीर्थां की यात्रा करदा, इशनान करदा, दान पुण्य करदा। पर कहंदे रब जिहड़ा है वो कोई बच्चा नहीं है, वो कोई न्याणा नहीं है। रब नूं पता है तेरे अंदर की है। पूजो राम एक ही देवा, साचा नहावण गुर की सेवा। सच्चा नहाउणा है गुरु दा कहना मनना, इनू कहंदे सच्चा नहाउणा। जल के मज्जन जे गत होवे, नित नित मेंढुक नहावे। जैसे मेंढुक तैसे ओए नर, फिर जोनी आवे। कहंदे जे जल विच इशनान कीतिया मुक्ति मिलदी होवे ते फिर डड्डू नूं पहला मुक्ति मिलनी चाहिदी है। डड्डू पानी विच भी रह लैंदा ते बाहर भी रह लैंदा पानी तो। इस तरीके नाल साहब कहंदे ने जल के मज्जन जे गत होवे, नित नित मेंढुक नहावे। जैसे मेंढुक तैसे ओए नर, फिर जोनी आवे। ये मनुख भी फिर जूना च पिया रहिंदा है। जे आपां बाहरी इशनान नूं मुख रखांगे ते जूना च पए रवांगे इस शरीर दे विच। ते जे मन दा इशनान करांगे, मन नूं इशनान करावांगे गुरु दे शब्द विच, ते किवें गुरु दे शब्द विच मन नूं इशनान कराया जा सकदा है। पातशाह कहंदे निमरता दे नाल तैनूं जिहड़े गुरमुख ने, जिहड़े भगत ने, जिहड़े संगत करदे ने,
ਜਿਹੜੇ ਵਿਦਵਾਨ ਨੇ ਉਹਨਾਂ ਦੇ ਕੋਲੋਂ ਗਿਆਨ ਨਿਮਰਤਾ ਦੇ ਨਾਲ ਲੈਣਾ ਪਵੇਗਾ। ਧੂੜੀ ਦਾ ਮਤਲਬ ਨਿਮਰਤਾ ਦੇ ਨਾਲ ਗਿਆਨ ਲਵੇਂਗਾ ਤੇ ਉਸ ਗਿਆਨ ਦੇ ਨਾਲ ਤੂੰ ਆਪਣੇ ਮਨ ਨੂੰ ਇਸ਼ਨਾਨ ਕਰਾਉਣਾ ਹੈ। ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਪਰ ਮਨੁੱਖ ਆਪਾਂ ਨੂੰ ਕੋਈ ਗੱਲ ਸਮਝਾਵੇ ਨਾ, ਆਪਾਂ ਮੰਨਣ ਲਈ ਤਿਆਰ ਨਹੀਂ ਹੁੰਦੇ। ਕੋਈ ਸਿਆਣਾ ਸੱਜਣ ਕੋਈ ਗੱਲ ਕਵੇ ਨਾ, ਆਪਾਂ ਅਗਲੇ ਨੂੰ ਕਹਿ ਦਿੰਨੇ ਆ ਤੂੰ ਬਹੁਤਾ ਸਿਆਣਾ ਨਾ ਬਣ, ਤੇਰੇ ਨੂੰ ਸਿਆਣੇ ਆਪਾਂ ਵਾ। ਪਰ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਕਹਿੰਦੇ ਜੇ ਤੂੰ ਸਿਆਣਾ ਤੇ ਫਿਰ ਆਪਣੇ ਕਾਲੇ ਲੇਖ ਕਿਉਂ ਲਿਖ ਰਿਹਾ? ਫਿਰ ਤੂੰ ਆਪਣੇ ਮਾੜੇ ਕਰਮ ਕਿਉਂ ਲਿਖਦੇ? ਜਿਹੜਾ ਬੰਦਾ ਕਹਿੰਦਾ ਮੈਂ ਸਿਆਣਾ ਵਾ, ਉਹ ਫਿਰ ਆਪਣੇ ਲੇਖ ਮਾੜੇ ਨਾ ਲਿਖੇ। ਉਹਨੂੰ ਆਪਾਂ ਕਹਿ ਸਕਨੇ ਆ ਵਾਕਿਆ ਹੀ ਵੀ ਇਹ ਬੰਦਾ ਸਿਆਣਾ। ਪਰ ਜਦੋਂ ਕਿਸੇ ਨੂੰ ਸਮਝਾਉਣਾ ਆਪਾਂ ਕਰਦੇ ਆ ਤੇ ਆਪਾਂ ਅਗਲੇ ਨੂੰ ਕਹਿ ਦਿੰਨੇ ਆ ਚੁੱਪ ਕਰ, ਸਮਝਾ ਨਾ, ਆਪਾਂ ਸਿਆਣੇ ਆ। ਸਤਿਗੁਰੂ ਨੇ ਪਹਿਲੀ ਤੁਕ ਵਿੱਚ ਸਮਝਾਉਣਾ ਕੀਤਾ ਕਿ ਜੇ ਤੂੰ ਮਾਘ ਦੇ ਮਹੀਨੇ 'ਚ ਇਸ਼ਨਾਨ ਕਰਨਾ, ਧੂੜੀ 'ਚ ਇਸ਼ਨਾਨ ਕਰਨ ਦਾ ਮਤਲਬ ਹੈ ਜਿਹੜੇ ਵਿਦਵਾਨ ਸੱਜਣ ਨੇ, ਗੁਰਮੁਖ ਨੇ, ਭਗਤ ਨੇ, ਉਹਨਾਂ ਦੇ ਕੋਲੋਂ ਗਿਆਨ ਲੈਣਾ ਕਰ ਤੇ ਉਸ ਗਿਆਨ ਦੇ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾ। ਇਹ ਹੈ ਸਤਿਗੁਰੂ ਨੇ ਪਹਿਲੀ ਪਾਵਨ ਤੁਕ ਦੇ ਵਿੱਚ ਆਪਾਂ ਨੂੰ ਸਮਝਾਉਣਾ ਕੀਤਾ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇੱਥੇ ਚਰਨ ਧੂੜ ਦੀ ਗੱਲ ਨਹੀਂ ਕੀਤੀ ਗਈ ਕਿ ਜਿਹੜੀ ਆਪਾਂ ਚਰਨ ਧੂੜ ਬਾਹਰੋਂ ਜੋੜਿਆਂ ਤੋਂ ਚਰਨ ਧੂੜ ਆਪਾਂ ਨੂੰ ਮਿਲੀ, ਉਹ ਆਪਾਂ ਕਿਸੇ ਪੁੜੀ ਵਿੱਚ ਬੰਨ ਲਈ, ਕਿਸੇ ਪੈਕਟ 'ਚ ਪਾ ਲਈ, ਘਰ ਜਾ ਕੇ ਟੱਬ ਦੇ ਵਿੱਚ ਥੋੜਾ ਜਿਹਾ ਉਹਨੂੰ ਪਾਇਆ ਤੇ ਇਸ਼ਨਾਨ ਕਰ ਲਿਆ। ਇਹ ਗੱਲ ਨਹੀਂ ਸਤਿਗੁਰੂ ਕਰ ਰਹੇ। ਸਤਿਗੁਰੂ ਜੀ ਇੱਥੇ ਧੂੜੀ ਦੀ ਗੱਲ ਕਰ ਰਹੇ ਨੇ ਨਿਮਰਤਾ ਦੇ ਨਾਲ। ਜਿਹੜੇ ਗੁਰਮੁਖ ਭਗਤ ਵਿਦਵਾਨ ਨੇ ਉਹਨਾਂ ਕੋਲ ਗਿਆਨ ਲੈ ਤੇ ਉਸ ਗਿਆਨ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾ। ਕਿਉਂਕਿ ਬਾਣੀ ਨੇ ਮਨ ਦੇ ਵਾਸਤੇ, ਇਹ ਬਾਣੀ ਹੈ ਮਨ ਵਾਸਤੇ, ਮਨ ਨੂੰ ਇਸ਼ਨਾਨ ਕਰਾਉਣ ਵਾਸਤੇ। ਸਰੀਰ ਦਾ ਇਸ਼ਨਾਨ ਆਪਾਂ ਕਰਨਾ, ਸਰੀਰ ਤੰਦਰੁਸਤ ਰਵੇ। ਸਾਹਿਬ ਕਹਿੰਦੇ ਭਰੀਏ ਹੱਥ ਪੈਰ ਧੰਦੇ, ਪਾਣੀ ਧੋਤਾ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਮਾਲਕ ਦੇ ਨਾਮ ਦੇ ਪ੍ਰੇਮ ਦੇ ਰੰਗ ਦੇ ਨਾਲ ਇਹ ਜਿਹੜੀ ਮਤ ਪਾਪਾਂ ਨਾਲ ਭਰੀ ਹੈ, ਇਹ ਬਾਹਰੀ ਇਸ਼ਨਾਨ ਕੀਤਿਆਂ ਸਾਹਿਬ ਕਹਿੰਦੇ ਨੇ ਇਹ ਅੰਦਰ ਮਨ ਨਹੀਂ ਸਹੀ ਹੋ ਸਕਦਾ। ਵਿਕਾਰਾਂ ਦੀ ਮੈਲ ਨਹੀਂ ਲੱਥ ਸਕਦੀ। ਵਿਕਾਰਾਂ ਦੀ ਮੈਲ, ਬਾਣੀ ਦਾ ਸਾਬਣ ਇਹ ਰੋਜ਼ ਮਨ ਦੇ ਉੱਤੇ ਲਾਉਣਾ ਪਵੇਗਾ। ਰੋਜ਼ ਬਾਣੀ ਨੂੰ ਪੜ੍ਹਨਾ ਤੇ ਵਿਚਾਰਨਾ ਪਵੇਗਾ। ਇਹ ਧੂੜੀ ਦੀ ਗੱਲ ਸਤਿਗੁਰੂ ਕਰ ਰਹੇ ਨੇ। ਆਪਾਂ ਵੀ ਗੁਰੂ ਪਿਆਰਿਓ ਬਾਹਰੀ ਧੂੜੀ ਜਿਹੜੀ ਹੈ, ਕਈ ਜੋੜਿਆਂ ਤੋਂ ਧੂੜੀ ਆਪਣੇ ਮੱਥੇ ਨੂੰ ਲਾਉਂਦੇ ਨੇ, ਕਈ ਜਿੱਥੇ ਆਪਾਂ ਪੈਰ ਸਾਫ਼ ਕਰਦੇ ਹਾਂ ਉੱਥੋਂ ਪਾਣੀ ਦੀ ਚੂਲੀ ਭਰਦੇ ਨੇ, ਪੀਂਦੇ ਨੇ। ਇਹਦੇ ਨਾਲ ਗੁਰੂ ਪਿਆਰਿਓ ਕੁਝ ਨਹੀਂ ਹੋਵੇਗਾ। ਕਿਉਂਕਿ ਜੇ ਫਰਕ ਪੈਣਾ ਹੁੰਦਾ, ਜਿਨ੍ਹਾਂ ਨੇ ਮੱਥੇ ਤੇ ਧੂੜੀ ਲਾਈ ਉਹਨਾਂ ਦੇ ਜੀਵਨ 'ਚ ਵੇਖੋ ਫਰਕ ਹੈ। ਉਹ ਦੱਸਣ ਆ ਕੇ ਜਿਹੜੇ ਮੱਥੇ ਦੀ ਧੂੜੀ ਲਾ ਰਹੇ ਨੇ ਕਿ ਜੀ ਸਾਡਾ ਜੀਵਨ ਬਦਲ ਗਿਆ, ਸਾਡੇ ਵਿੱਚ ਹੁਣ ਹੰਕਾਰ ਨਹੀਂ ਰਿਹਾ, ਈਰਖਾ ਨਹੀਂ ਰਹੀ, ਵੈਰ ਨਹੀਂ ਰਿਹਾ, ਆਪਾਂ ਬਸ ਹੁਣ ਚੜ੍ਹਦੀ ਕਲਾ 'ਚ ਹੋ ਗਏ ਆ। ਕਿਉਂਕਿ ਬਾਹਰੀ ਧੂੜ ਦੇ ਨਾਲ ਪਾਤਸ਼ਾਹ ਕਹਿੰਦੇ ਕੁਝ ਨਹੀਂ ਹੋਵੇਗਾ। ਗੁਰੂ ਦੇ ਸ਼ਬਦ ਦੀ ਧੂੜ ਦੀ ਗੱਲ ਸਤਿਗੁਰੂ ਕਰ ਰਹੇ ਨੇ ਕਿ ਇਹ ਤੈਨੂੰ ਆਪਣੇ ਮਨ ਦੇ ਮੱਥੇ ਦੇ ਉੱਤੇ ਲਾਉਣੀ ਪੈਣੀ ਹੈ। ਮਾਲਕ ਦੇ ਗੁਣ ਜਿਹੜੇ ਨੇ ਇਹ ਤੈਨੂੰ ਆਪਣੇ ਮਨ ਦੇ ਸਰੀਰ ਦੇ ਉੱਤੇ ਲਾਉਣੇ ਪੈਣੇ ਨੇ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹਦੇ ਵਿੱਚ ਇਸ਼ਨਾਨ ਕਰਨਾ, ਗੁਣਾਂ ਦੇ ਵਿੱਚ ਮਨ ਨੂੰ ਇਸ਼ਨਾਨ ਕਰਾਉਣਾ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਹਰ ਕਾ ਨਾਮ ਧਿਆਏ ਸੁਣ, ਹਰੀ ਦਾ ਨਾਮ, ਇਸ ਨੂੰ ਧਿਆਉਣਾ ਕਰ, ਇਸ ਨੂੰ ਸੁਣਨਾ ਕਰ। ਸਭਨਾਂ ਨੂੰ ਕਰ ਦਾਨ, ਤੇ ਸਭਨਾਂ ਨੂੰ ਰੱਬ ਦੇ ਨਾਮ ਦਾ ਜਿਹੜਾ ਦਾਨ ਹੈ ਇਹ ਕਰਨਾ ਕਰ। ਹੁਣ ਰੱਬ ਦੇ ਨਾਮ ਨੂੰ ਕਿਵੇਂ ਧਿਆਇਆ ਜਾਵੇ, ਕਿਵੇਂ ਸਿਮਰਿਆ ਜਾਵੇ ਪਰਮੇਸ਼ਰ ਦੇ ਨਾਮ ਨੂੰ? ਆਪਾਂ ਕੋਈ ਵੀ ਗੁਰੂ ਪਿਆਰਿਓ ਕੰਮ ਸਿੱਖਣਾ ਹੋਵੇ, ਕਿਸੇ ਕੰਮ 'ਚ ਮੁਹਾਰਤ ਹਾਸਲ ਕਰਨੀ ਹੋਵੇ, ਆਪਾਂ ਨੂੰ ਉਹੋ ਜਿਹੇ ਸੱਜਣ ਨੂੰ ਮਿਲਣਾ ਪੈਂਦਾ।
ਜਿਹੋ ਜੇ ਸੱਜਣ ਕੋ ਆਪਾਂ ਕੰਮ ਸਿੱਖਾਂਗੇ ਉਹੋ ਜਿਹਾ ਕੰਮ ਆਪਾਂ ਨੂੰ ਆ ਜਾਵੇਗਾ। ਜੇ ਕੋਈ ਮੋਟਰਸਾਈਕਲਾਂ ਦਾ ਕੰਮ ਸਿੱਖਣਾ ਚਾਹੁੰਦਾ ਉਹਨੂੰ ਉੱਥੇ ਜਾਣਾ ਪਵੇਗਾ। ਜੇ ਕੋਈ ਗੱਡੀਆਂ ਦਾ ਕੰਮ ਸਿੱਖਣਾ ਚਾਹੁੰਦਾ ਉਹਨੂੰ ਮਕੈਨਿਕ ਕੋਲ ਜਾਣਾ ਪਵੇਗਾ। ਜੇ ਕੋਈ ਧਰਮ ਦੀ ਦੁਨੀਆ ਤੇ ਤਰੱਕੀ ਕਰਨਾ ਚਾਹੁੰਦਾ ਉਹਨੂੰ ਗੁਰੂ ਪਾਤਸ਼ਾਹ ਦੀ ਸੰਗਤ ਕਰਨੀ ਪਵੇਗੀ, ਬਾਣੀ ਪੜ੍ਹਨੀ ਪਵੇਗੀ, ਵਿਚਾਰਨੀ ਪਵੇਗੀ। ਜਿਹੜੇ ਵਿਦਵਾਨ ਨੇ ਉਹਨਾਂ ਦੀ ਸੰਗਤ ਕਰਨੀ ਪਵੇਗੀ। ਉਹ ਵਿਦਵਾਨ ਫਿਰ ਸਤਿਗੁਰੂ ਦੇ ਗੁਣ ਦੱਸਣਗੇ ਤੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ 'ਚੋਂ ਲਿਆਵੇਗਾ ਤੇ ਅਗਾਂਹ ਵੰਡੇਗਾ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਪਾਤਸ਼ਾਹ ਕਹਿੰਦੇ ਆਪਣੇ ਅੰਦਰ ਗੁਣ ਇਕੱਠੇ ਕਰ, ਸਹਿਜ ਲੈ ਕੇ ਆ, ਪਿਆਰ ਲੈ ਕੇ ਆ, ਹਲੀਮੀ ਲੈ ਕੇ ਆ। ਇਹ ਗੁਣ ਆਪਣੇ ਵਿੱਚ ਲੈ ਕੇ ਆ ਤੇ ਹੋਰਨਾਂ ਨੂੰ ਵੀ ਅੱਗੇ ਅੱਗੇ ਵੰਡ। ਇਹ ਜਿਹੜੇ ਗੁਣ ਨੇ ਸਤਿਗੁਰੂ ਬਾਣੀ 'ਚ ਵੀ ਪਿਆਰੇ ਬਚਨ ਕਰਦੇ ਨੇ, ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਜਦੋਂ ਚੰਗੇ ਗੁਣ ਆਪਾਂ ਦੇ ਵਿੱਚ ਆ ਜਾਣਗੇ, ਇੱਕ ਡਾਕਟਰ ਫਿਰ ਲਾਲਚ ਨਹੀਂ ਕਰੇਗਾ, ਆਪਣੀ ਬਣਦੀ ਮਾਇਆ ਲਵੇਗਾ, ਕਿਸੇ ਨਾਲ ਧੋਖਾ ਨਹੀਂ ਕਰੇਗਾ, ਜੀਵਨ ਫਿਰ ਬਦਲ ਜਾਵੇਗਾ। ਪਰ ਜੇ ਗੁਣ ਆਪਾਂ ਨਾ ਲਏ, ਇੱਕ ਡਾਕਟਰ ਬੇਈਮਾਨੀ ਕਰੇਗਾ, ਰਿਸ਼ਵਤ ਲਵੇਗਾ। ਸਾਹਿਬ ਇੱਥੇ ਸਮਝਾ ਰਹੇ ਨੇ ਕਿ ਜਿਹੜੇ ਮਾਲਕ ਦੇ ਗੁਣ ਨੇ ਉਹ ਤੈਨੂੰ ਮਿਲਣੇ ਨੇ। ਜੋ ਵੀ ਤੂੰ ਕੰਮ ਸਿੱਖਣਾ ਤੈਨੂੰ ਉਹ ਉਸਤਾਦ ਲੱਭਣਾ ਪੈਣਾ। ਤੂੰ ਉਸਤਾਦ ਲੱਭ ਕੇ 2-3 ਸਾਲ, ਕੁਝ ਸਾਲ ਤੈਨੂੰ ਸਿੱਖਣਾ ਪੈਣਾ। ਫਿਰ ਤੈਨੂੰ ਉਹ ਗੁਣ ਆਉਣੇ ਨੇ ਤੇਰੇ ਵਿੱਚ, ਉਹ ਕੰਮ ਤੂੰ ਸਿੱਖ ਲੈਣਾ। ਉਹ ਕੰਮ ਦਾ ਫਿਰ ਤੂੰ ਉਸਤਾਦ ਬਣ, ਉਸਤਾਦ ਬਣ ਕੇ ਅੱਗੇ ਹੋਰ ਵੰਡ। ਜਿਹੜਾ ਵੀ ਤੇਰੇ ਕੋਲ ਕੰਮ ਹੈ, ਤੇਰੇ ਕੋਲ ਹੁਨਰ ਹੈ, ਆਪ ਵੀ ਕਰ ਤੇ ਉਹਦਾ ਅੱਗੇ ਵੀ ਪ੍ਰਚਾਰ ਕਰ, ਉਹਨੂੰ ਅੱਗੇ ਵੀ ਵੰਡ। ਇੱਥੇ ਵੀ ਪਾਤਸ਼ਾਹ ਸਮਝਾ ਰਹੇ ਨੇ, ਰੱਬ ਦਾ ਨਾਮ, ਚੰਗੇ ਗੁਣ ਆਪਣੇ ਵਿੱਚ ਵੀ ਲਿਆ ਤੇ ਹੋਰਨਾਂ ਨੂੰ ਵੀ ਇਹਦਾ ਦਾਨ ਕਰ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਇਹ ਦਾਨ ਕਰੇਗਾ ਫਿਰ ਕੀ ਹੋਵੇਗਾ? ਪਾਤਸ਼ਾਹ ਕਹਿੰਦੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਹਿੰਦੇ ਜਨਮ ਤੋਂ ਲੈ ਕੇ ਨਾ ਹੁਣ ਤੱਕ ਤੇਰੇ ਮਨ ਨੂੰ ਤੇਰੇ ਕਰਮਾਂ ਦੇ ਕਰਕੇ ਮੈਲ ਲੱਗੀ ਹੈ। ਸਾਡੇ ਜਿਹੜੇ ਮਾੜੇ ਕਰਮ ਨੇ ਉਹਨਾਂ ਨੇ ਮਨ ਨੂੰ ਮੈਲ ਲਾ ਦਿੱਤੀ ਹੈ। ਜਨਮ ਕਰਮ ਮਲ ਉਤਰੈ, ਕਹਿੰਦੇ ਤੇਰੀ ਇਹ ਵਿਕਾਰਾਂ ਦੀ ਮੈਲ ਜਿਹੜੀ ਉਤਰ ਜਾਵੇਗੀ ਜੇ ਤੂੰ ਗੁਣ ਇਕੱਠੇ ਕਰੇਗਾ, ਜੇ ਤੂੰ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਨਿਮਰਤਾ ਦੇ ਨਾਲ ਗੁਣ ਲਵੇਂਗਾ। ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਰੁੱਖ ਦੇ ਕੋਲ ਜਿਹੜੇ ਰੁੱਖ ਵਸਦੇ ਨੇ, ਚੰਦਨ ਉਹਨਾਂ ਵਿੱਚ ਖੁਸ਼ਬੂ ਭਰਦਾ ਹੈ। ਪਰ ਜਿਹੜਾ ਬਾਂਸ ਦਾ ਰੁੱਖ ਹੈ ਨਾ, ਉਹਦੇ ਵਿੱਚ ਖੁਸ਼ਬੂ ਨਹੀਂ ਭਰਦਾ, ਕਿਉਂਕਿ ਉਹਨੂੰ ਹੰਕਾਰ ਆ ਕਿ ਮੈਂ ਵੱਡਾ ਵਾਂ। ਇਸੇ ਤਰੀਕੇ ਨਾਲ ਜੇ ਤੂੰ ਚਾਹੁੰਦਾ ਤੇਰੇ ਵਿੱਚ ਗੁਣ ਆਉਣ ਤੇ ਫਿਰ ਤੈਨੂੰ ਨਿਮਰਤਾ ਰੱਖਣੀ ਪੈਣੀ ਹੈ। ਨਿਮਰਤਾ ਨਾਲ ਤੇਰੇ 'ਚ ਗੁਣ ਆ ਸਕਦੇ ਨੇ। ਜੇ ਤੂੰ ਬਾਂਸ ਦੇ ਵਾਂਗ ਹੰਕਾਰ 'ਚ ਰਵੇਂਗਾ ਕਿ ਮੈਂ ਵੱਡਾ ਹਾਂ, ਮੈਂ ਵੱਡਾ ਹਾਂ, ਫਿਰ ਪਾਤਸ਼ਾਹ ਕਹਿੰਦੇ ਤੂੰ ਗੁਣ ਨਹੀਂ ਲੈ ਸਕਦਾ ਤੇ ਗੁਣ ਨਹੀਂ ਲਵੇਂਗਾ। ਤੇ ਤੇਰੇ ਮਨ ਨੂੰ ਜਦੋਂ ਤੋਂ ਤੇਰਾ ਜਨਮ ਹੋਇਆ ਤੈਨੂੰ ਸਮਝ ਆਈ ਹੈ, ਜਦੋਂ ਬੱਚੇ ਨੂੰ ਸਮਝ ਆ ਜਾਂਦੀ ਉਹਦੇ ਮਨ ਨੂੰ ਮੈਲ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਜਿਹੜੀ ਜਨਮ ਤੋਂ ਤੈਨੂੰ ਮੈਲ ਲੱਗੀ ਹੈ ਨਾ, ਕਹਿੰਦੇ ਨੇ ਉਤਰ ਸਕਦੀ ਹੈ, ਤੇਰਾ ਹੰਕਾਰ ਦੂਰ ਹੋ ਸਕਦਾ ਹੈ, ਪਰ ਤੈਨੂੰ ਨਿਮਰਤਾ ਰੱਖਣੀ ਪੈਣੀ ਹੈ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਿਵੇਂ ਆਪਾਂ ਨੇ ਆਪਣੇ ਘਰ ਦੇ ਵਿੱਚ ਧੀਆਂ ਪੁੱਤਾਂ ਦਾ ਵਿਆਹ ਕਰਦੇ ਆ, ਇੱਕ ਮਿਸਾਲ ਦੇ ਤੌਰ ਤੇ ਸਮਝੀਏ ਕਿ ਕਿਵੇਂ ਸਾਡੇ ਮਨ ਨੂੰ ਮੈਲ ਲੱਗੀ ਹੈ ਤੇ ਕਿਵੇਂ ਉਤਰ ਸਕਦੀ ਹੈ। ਵਿਆਹਾਂ ਦੇ ਸਮੇਂ ਆਪਾਂ ਸੋਚਨੇ ਆ ਚੰਗੇ ਤੋਂ ਚੰਗਾ ਗਾਇਕ ਜਿਹੜਾ ਹੈ ਉਹ ਬੁਲਾਇਆ ਜਾਵੇ, ਨੱਚਣ ਵਾਲਿਆਂ ਦਾ ਚੰਗਾ ਪ੍ਰਬੰਧ ਕੀਤਾ ਜਾਵੇ। ਪਰ ਜੇ ਕੋਈ ਸੱਜਣ ਆ ਕੇ ਸਾਨੂੰ ਕਹਿੰਦਾ
कि तुसीं अपना ये जिहड़ा फजूल खर्चा है ये ना करो, नच्चण वाले ना लियाउणा करो, जो तुसीं शराब वरताउणी है वो ना वरताओ। हुण जिहड़ा ते बंदा इस गल नूं मन लैंदा समझो उहदे मन नूं जिहड़ी विकारां दी मैल लगी सी, क्योंकि साडे मन नूं लगी विकारां दी मैल। हरेक बंदा चाहुंदा है कि जदों मैं अपने धी पुੱਤ दा विआह करां ते नच्चण वाले मैं मंगावां, गाउण वाले मंगावां, वध तों वध गाने ਚੱਲਣ। पर विरला बंदा सोचदा है कि जिस दिन मेरे धी पुੱਤ दा विआह होवे उस दिन कीर्तनीय सिंह आउण, कल्ला कीर्तन होवे, कथा होवे, ढाडी वारां होण। ये विरले मनुख ने सोचिया होवेगा। पर आपां सारिਆਂ ने सोचिया कि आपां भंगड़े पाउणे ने, आपां नੱਚਣਾ टप्पਣਾ। ਇਹ है विकारां दी मैल साडे मन नूं पहिਲਾਂ ही लगी हुई है। पर जे कोई गुरमुख सज्जण आके सानूं समझा दिंदा है ते जे आपां उहदी गल नूं मन लैने आ ते पातशाह कहंदे ने जन्म कर्म मल उतरै। कहंदे जिहड़ी तेरे मन नूं ये विकारां दी मैल लगी वो उतर गई, क्योंकि तू गुरमुख दी गल मन लई। आपां नूं विआह भी यतन करना चाहिए, सिंपल करने चाहिए ने। जिन्हां विआहां ते आपां ਲੱਖਾਂ रुपइयां दा खर्च करदे आ ਉਹੀ ਆਪਾਂ ਆਪਣੀ ਧੀ ਦੇ ਨਾਂ ਤੇ ਉਹ ਪੈਸੇ ਜਮ੍ਹਾਂ ਕਰਾ ਸਕਨੇ ਆ। ਪਰ ਆਪਾਂ ਲੋਕਾਚਾਰੀ ਲੋਕਾਂ ਨੂੰ ਖੁਸ਼ ਕਰਦੇ ਆ। ਆਪਾਂ ਕਹਿੰਨੇ ਜੇ ਭੰਗੜੇ ਨਾ ਪਾਏ, ਨੱਚਿਆ ਟੱਪਿਆ ਨਾ ਤੇ ਦੁਨੀਆ ਨੇ ਖੁਸ਼ ਨਹੀਂ ਹੋਣਾ। ਬਾਬਾ ਕਬੀਰ ਜੀ ਕਹਿੰਦੇ ਨੇ ਮੈਂ ਤਾਂ ਇਸ ਮਾਇਆ ਨੂੰ ਨੱਕ ਤੋਂ ਵੀ ਕੱਟ ਦਿੱਤਾ, ਲੋਕ ਲਾਜ ਨੂੰ ਨੱਕ ਤੋਂ ਵੀ, ਕੰਨ ਤੋਂ ਵੀ। नाकों काटी कानों काटी काट कूट के डारी, कहो कबीर संतन की बैरन तीन लोक की प्यारी। आपां नक रखण वास्ते बड़ा कुछ करदे आ दुनिया दे विच, पर जे जीवन तो अंदरों विकारां दी मैल लाउणी है फिर पातशाह कहंदे तैनूं सियाणे सज्जणां दी गल नूं मन लवेगा ते विकारां दी मैल लथ जावेगी। ते जे नहीं मन्नेगा ते पातशाह कहंदे ने जो पहलियां दो पंक्तियां च आपां विचार कीती कि माघ मजन संग साधुआं धूड़ी कर इशनान, निमरता दे नाल तू ज्ञान लै, इन्हां गुणां नूं आप भी वरत, होरनां नूं भी वंड। जन्म कर्म मल उतरै, जन्म तो जो तैनूं मैल लगी है पातशाह कहंदे ने फिर उतर जावेगी। जिहड़े सज्जण ने मन लिया, विआह ते खर्चा ना कीता, शराबां ना पियाईयां, नच्चण वाले ना मंगाए, वो होर भी अगे दसदा है कि मैं इदां कीता, तुसीं भी अगे इदां करो। जन्म कर्म मल उतरै, मन ते जाए गुमान, काम क्रोध ना मोहीए, बिन सै लोभ सुवान। जदों ऐसा जीवन बन जाता है फिर मनुख काम दे विच नहीं फसदा, क्रोध विच नहीं, उहनूं गुस्सा नहीं आउंदा। काम क्रोध ना मोहीए, बिन सै लोभ सुवान। लोभ रूपी कुत्ता भी जिहड़ा है वो बिनस जाता है। पर जीवन नूं खुद बदलना पैना है। खुद बदलांगे तो गुरु प्यारिओ बदलिया जाएगा। तो जे आपां बाणी भी भावें पढ़दे आ, बाणी सुनदे भी आ, पर जे मनदे नहीं, कोशिश नहीं करते, फिर नहीं आपां बदल सकते। एक पाठी सिंह वो पाठ करदा है पर बाणी नूं विचारदा नहीं है, ਉਹਦਾ ਜ਼ੋਰ है बस रौला रौण ते। कहंदे एक पाठी वो भी पाठ करदा है, उन्हें दूजे पाठी नूं आखिया कि तू मेरी रौल लाई। उन्हां पाठियां दी थोड़ी अणबण हो गई ते हुण वो पाठी गुस्से विच आ गया। उसने गुस्से दे विच आके, क्रोध विच आके दूजे पाठी दा ही कतल कर दिता। देखो एक रौल तो गुस्से दे विच आ गया, गुस्से च आके उन्हें दूजे पाठी दा कि तू मेरा कहना नहीं मन्निया ते उहदा कतल कर दिता। साहब कहंदे ने काम क्रोध ना मोही है, बिन सै लोभ सुभान। जे आपां गुणां नूं लवांगे ते फिर गुरु प्यारिओ आपां गुस्से नूं काबू कर लवांगे। बाणी नूं पढ़ना ते विचारना भी पैना है ते अमल भी करना पैना, फिर गल बननी है। भावें आपां महाराज दे कोल रहिंदे आ, पर जे आपां भी अमल नहीं करांगे ते आपां भी किसी वेले डोल सकने आ। ते जे अमल करांगे फिर गुरु प्यारिओ जीवन सही रहिंदा है। जे बंदा बाणी नूं पढ़े विचारे, सतगुरु इत्थे भी समझा रहे ने काम क्रोध ना मोहीए, बिन सै लोभ सुवान।
ਫਿਰ ਤੂੰ ਕ੍ਰੋਧ ਨੂੰ ਕਾਬੂ ਕਰ ਲਵੇਂਗਾ, ਕਾਮ ਨੂੰ ਕਾਬੂ ਕਰ ਲਵੇਂਗਾ। ਲੋਭ ਰੂਪੀ ਕੁੱਤਾ ਤੇਰਾ ਬਿਨ ਸਜਾਵੇਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਹ ਸੱਚੇ ਮਾਰਗ ਤੇ ਜਦੋਂ ਤੂੰ ਚੱਲੇਗਾ ਤੇ ਜਹਾਨ ਵਿੱਚ ਤੇਰੀ ਸ਼ੋਭਾ ਹੋਵੇਗੀ। ਜਦੋਂ ਤੇਰਾ ਜੀਵਨ ਚੰਗਾ ਬਣ ਗਿਆ, ਤੈਨੂੰ ਇਹ ਨਹੀਂ ਕਹਿਣਾ ਪਵੇਗਾ ਕਿ ਮੇਰੀ ਵਡਿਆਈ ਕਰੋ। ਖੁਦ ਤੇਰੀ ਲੋਕ ਵਡਿਆਈ ਕਰਨਗੇ ਕਿ ਇਨਸਾਨ ਬੜਾ ਭਲਾ ਹੈ, ਇਹ ਬੜਾ ਨੇਕ ਹੈ, ਬੜਾ ਚੰਗਾ ਹੈ, ਇਹਦੀ ਬੋਲ ਬਾਣੀ ਸਹੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਪਾਤਸ਼ਾਹ ਕਹਿੰਦੇ ਨੇ ਉੱਪਰ ਜੋ ਆਪਾਂ ਵਿਚਾਰ ਕੀਤੀ, ਜਦੋਂ ਤੂੰ ਆਪਣਾ ਜੀਵਨ ਇਦਾਂ ਦਾ ਬਣਾ ਲਿਆ, ਇਹੀ ਤੇਰੇ ਵਾਸਤੇ 68 ਤੀਰਥਾਂ ਦਾ ਇਸ਼ਨਾਨ ਆ। ਇਹੀ ਤੇਰੇ ਵਾਸਤੇ ਸਾਰੇ ਪੁੰਨ ਨੇ। ਇਹੀ ਤੇਰੇ ਵਾਸਤੇ ਜੀਵਾਂ ਉੱਤੇ ਦਇਆ ਕਰਨੀ ਹੈ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਇਸ ਪਾਵਨ ਪੰਕਤੀ ਨੂੰ ਬੜੇ ਧਿਆਨ ਨਾਲ ਸਮਝਣਾ ਪਵੇਗਾ, ਕਿਉਂਕਿ ਆਪਾਂ ਇਹ ਸੋਚਨੇ ਆ ਕਿ ਰੱਬ ਸਾਡੇ ਤੇ ਕਿਰਪਾ ਕਰੇਗਾ ਤੇ ਸਾਨੂੰ ਨਾਮ ਦੀ ਦਾਤ ਦੇਵੇਗਾ ਤੇ ਫਿਰ ਮਿਲਣੀ ਹੈ। ਸਤਿਗੁਰੂ ਕਹਿੰਦੇ ਨਾਮ ਦੀ ਦਾਤ ਜਦੋਂ ਆਪਾਂ ਸੰਗਤ ਚ ਆ ਗਏ ਆ ਨਾ, ਆਪਾਂ ਨੂੰ ਸਾਰਿਆਂ ਨੂੰ ਹੁਣ ਨਾਮ ਦੀ ਦਾਤ ਮਿਲ ਰਹੀ ਹੈ। ਹੁਣ ਮਰਜ਼ੀ ਸਾਡੀ ਹੈ, ਆਪਾਂ ਲੈ ਕੇ ਜਾਣੀ ਕਿ ਨਹੀਂ ਲੈ ਕੇ ਜਾਣੀ। ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਇੱਥੇ ਜੇ ਆਪਾਂ ਆਖਰੀ ਅਰਥ ਕਰੀਏ, ਜਿਹਨੂੰ ਰੱਬ ਦਿੰਦਾ ਆਪਣੀ ਮਿਹਰ ਕਰਕੇ, ਉਹੀ ਮਨੁੱਖ ਸਿਆਣਾ ਹੁੰਦਾ। ਪਰ ਇਹਦੇ ਭਾਵ ਅਰਥ ਆਪਾਂ ਨੂੰ ਸਮਝਣੇ ਪੈਣੇ ਨੇ। ਸਤਿਗੁਰੂ ਨੇ ਸਭ ਨੂੰ ਦਾਤ ਦਿੱਤੀ ਨਾਮ ਦੀ ਕਿ ਤੂੰ ਸੰਗਤ ਵਿੱਚ ਆਉਣਾ ਨਿਮਰਤਾ ਦੇ ਨਾਲ, ਗੁਰਮੁਖਾਂ ਦੀ ਸੰਗਤ ਕਰਨੀ ਹੈ, ਉਹਨਾਂ ਕੋ ਗਿਆਨ ਲੈਣਾ ਹੈ। ਕੋਈ ਵੀ ਮਨੁੱਖ ਤੈਨੂੰ ਗਿਆਨ ਦਿੰਦਾ ਹੈ ਨਾ, ਭਾਵੇਂ ਘਰ ਵਿੱਚ ਕੋਈ ਗਿਆਨ ਦਿੰਦਾ ਹੈ, ਉਹਨੂੰ ਪਿਆਰ ਨਾਲ ਲੈਣਾ ਹੈ, ਗੁੱਸਾ ਨਹੀਂ ਕਰਨਾ ਕਿ ਇਹ ਮੈਨੂੰ ਗਿਆਨ ਦੇ ਰਿਹਾ ਹੈ, ਇਹ ਜ਼ਿਆਦਾ ਸਿਆਣਾ ਬਣ ਰਿਹਾ। ਪਾਤਸ਼ਾਹ ਕਹਿੰਦੇ ਨੇ ਕਿਰਪਾ ਤੇਰੇ ਤੇ ਹੋ ਗਈ। ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜੇ ਤੂੰ ਕਿਰਪਾ ਨੂੰ ਲਵੇਂਗਾ ਤੇ ਸਿਆਣਾ ਹੋ ਜਾਏਗਾ, ਜੇ ਕਿਰਪਾ ਨੂੰ ਨਹੀਂ ਲਵੇਂਗਾ, ਕਿਰਪਾ ਫਿਰ ਵੀ ਤੇਰੇ ਤੇ ਹੋ ਰਹੀ ਹੈ। ਬਾਣੀ ਜਿਹੜੀ ਆਪਾਂ ਸੁਣ ਰਹੇ ਆ, ਕਥਾ ਸੁਣ ਰਹੇ ਆ, ਕੀਰਤਨ ਸੁਣਦੇ ਆ, ਕਿਰਪਾ ਹੁੰਦੀ ਹੈ। ਇਹਨੂੰ ਲੈਣਾ ਪੈਂਦਾ, ਇਹਨੂੰ ਕਮਾਉਣਾ ਪੈਂਦਾ। ਪਾਤਸ਼ਾਹ ਕਹਿੰਦੇ ਨੇ ਪਾਪ ਕਮਾਵੇਂਗਾ ਤੇ ਲੋਕੀ ਤੈਨੂੰ ਪਾਪੀ ਕਹਿਣਗੇ। ਪਾਪ ਵੀ ਕਮਾਉਣੇ ਪੈਂਦੇ ਨੇ ਅੰਦਰ ਤੇ ਧਰਮ ਵੀ ਕਮਾਉਣਾ ਪੈਂਦਾ। ਜੇ ਬੰਦਾ ਪਾਪ ਕਮਾਉਂਦਾ ਤੇ ਅੰਦਰੋਂ ਪਾਪਾਂ ਨਾਲ ਭਰ ਜਾਂਦਾ ਇਹਦਾ ਘੜਾ। ਜੇ ਧਰਮ ਕਮਾਉਣਾ ਸ਼ੁਰੂ ਕਰ ਦਵੇ ਤੇ ਅੰਦਰੋਂ ਧਰਮੀ ਬਣ ਜਾਂਦਾ। ਸਤਿਗੁਰੂ ਸਮਝਾ ਰਹੇ ਨੇ ਮਾਲਕ ਤੇਰੇ ਤੇ ਦਇਆ ਕਰਦਾ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾ ਜਾਪੈ ਸੇਈ। ਸੋ ਇਹਨਾਂ ਨੂੰ ਬੜੇ ਧਿਆਨ ਨਾਲ ਸਮਝਣਾ ਪਵੇਗਾ। ਸਤਿਗੁਰੂ ਦੇ ਕੋਲ ਨਾਮ ਦੀ ਦਾਤ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ। ਜਿਸ ਭਾਵੇ ਦਾ ਮਤਲਬ ਜਿਹੜੇ ਮਨ ਨੂੰ ਗੁਰੂ ਦੇ ਬਚਨ ਪਸੰਦ ਆਉਂਦੇ ਨੇ, ਉਹ ਆਪਣੇ ਮਨ ਨੂੰ ਦੇ ਦਿੰਦਾ। ਜਿਸ ਭਾਵੈ ਤਿਸ ਦੇਈ। ਜੇ ਕਿਸੇ ਨੂੰ ਨਹੀਂ ਪਸੰਦ ਆਉਂਦੇ, ਉਹ ਕਹਿੰਦਾ ਮਹਾਰਾਜ ਮੈਂ ਤੁਹਾਡੇ ਬਚਨ ਅਜੇ ਪਸੰਦ ਨਹੀਂ ਕਰਦਾ, ਜੇ ਤੁਸੀਂ ਰੁਕ ਜਾਓ 2 ਮਹੀਨੇ 4 ਮਹੀਨੇ ਸਾਲ, ਫਿਰ ਮੈਂ ਤੁਹਾਡੇ ਬਚਨ ਮੰਨ ਲਵਾਂਗਾ। ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜੋ ਮਾਲਕ ਦੀ ਦਇਆ ਲਵੇਗਾ ਉਹ ਸਿਆਣਾ ਬਣ ਜਾਵੇਗਾ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਐਸਾ ਪਰਮਾਤਮਾ ਮਿਲਿਆ, ਗੁਰੂ ਮਿਲਿਆ, ਜਿਨ੍ਹਾਂ ਨੇ ਆਪਣੇ ਅੰਦਰ ਚੰਗੇ ਗੁਣ ਵਸਾਲੇ, ਇਹ ਹੈ ਰੱਬ ਦਾ ਦਰਸ਼ਨ, ਇਹ ਹੈ ਮਾਲਕ ਦੀ ਪ੍ਰਾਪਤੀ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ। ਪਰਮਾਤਮਾ ਹੈ ਚੰਗੇ ਗੁਣ। ਨਾਨਕ ਤਿੰਨ ਕੁਰਬਾਨ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਹਾਂ, ਕੁਰਬਾਨ ਹਾਂ, ਜਿਨ੍ਹਾਂ ਨੇ ਆਪਣਾ ਜੀਵਨ ਸੋਹਣਾ ਬਣਾ ਲਿਆ। ਮਾਗ ਸੁੱਚੇ ਸੇ ਕਾਂਡੀਆਂ, ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ ਵਿੱਚ
ਉਹੀ ਮਨੁੱਖ ਸੁੱਚੇ ਆਖੇ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੈ। ਹੁਣ ਫਿਰ ਸਵਾਲ ਪੈਦਾ ਹੋ ਗਿਆ ਕਿ ਗੁਰੂ ਹੁਣ ਸਾਡੇ ਤੇ ਮਿਹਰਬਾਨ ਕਿਵੇਂ ਹੋਵੇਗਾ, ਕਿਉਂਕਿ ਗੁਰੂ ਤੇ ਸ਼ਬਦ ਰੂਪ ਗੁਰੂ ਆ। ਕਿਉਂਕਿ ਆਪਾਂ ਤੇ ਸਮਝਨੇ ਆ ਕੋਈ ਸਿੱਧੀ ਕਰਾਮਾਤ ਵਰਤੇ, ਕੋਈ ਸ਼ਕਤੀ ਨਿਕਲੇ ਤੇ ਸਾਡਾ ਜੀਵਨ ਬਦਲ ਜੇ। ਪਾਤਸ਼ਾਹ ਇੱਥੇ ਕਹਿ ਰਹੇ ਨੇ ਕਿ ਜਿਨ ਪੂਰਾ ਗੌਰ ਮਿਹਰਬਾਨ, ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਆ, ਉਹ ਸੁੱਚੇ ਨੇ। ਤੇ ਸਾਨੂੰ ਕਿੱਦਾਂ ਪਤਾ ਲੱਗੇ ਕਿ ਮਹਾਰਾਜ ਤੁਸੀਂ ਸਾਡੇ ਤੇ ਮਿਹਰਬਾਨ ਜੇ? ਤੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਇਹ ਬਚਨ ਮੰਨ ਲਵੇਂਗਾ ਨਾ, ਫਿਰ ਸਮਝ ਲਈ ਤੇਰੇ ਤੇ ਗੁਰੂ ਮਿਹਰਬਾਨ ਆ। ਤੇ ਜੇ ਤੂੰ ਇਹ ਬਚਨ ਨਾ ਮੰਨੇ ਫਿਰ ਵੀ ਤੇਰੇ ਤੇ ਗੁਰੂ ਮਿਹਰਬਾਨ ਆ, ਪਰ ਤੂੰ ਗੁਰੂ ਦੀ ਮਿਹਰਬਾਨਤਾ ਨੂੰ ਲਿਆਣਾ ਹੀ ਨਹੀਂ ਕੀਤਾ। ਕਿਹੜੇ ਬਚਨ ਨੇ ਪਾਤਸ਼ਾਹ ਜਿਹੜੇ ਮੈਂ ਮੰਨ ਲਵਾਂ? ਪਾਤਸ਼ਾਹ ਕਹਿੰਦੇ ਨੇ ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ। ਗੁਰੂ ਅੰਗਦ ਪਾਤਸ਼ਾਹ ਕਹਿੰਦੇ ਗੁਰੂ ਤੇਰੇ ਤੇ ਮਿਹਰਬਾਨ ਆ। ਹੁਣ ਇਹਨਾਂ ਗੱਲਾਂ ਨੂੰ ਮੰਨਣਾ ਹੈ। ਸਾਹਿਬ ਕਹਿੰਦੇ ਅੱਖਾਂ ਤੋਂ ਬਿਨਾਂ ਵੇਖਣਾ ਹੈ ਤੂੰ। ਸਤਿਗੁਰੂ ਮੈਂ ਅੱਖਾਂ ਤੋਂ ਬਿਨਾਂ ਕਿਵੇਂ ਵੇਖਾਂ? ਜੇ ਅੱਖਾਂ ਬੰਦ ਕਰ ਲਈਏ ਤੇ ਕੁਝ ਨਜ਼ਰ ਨਹੀਂ ਆਉਂਦਾ। ਸਾਹਿਬ ਕਹਿੰਦੇ ਨੇ ਇਹਨਾਂ ਅੱਖਾਂ ਦੇ ਨਾਲ ਸਭ ਦੇ ਵਿੱਚ ਤੂੰ ਰੱਬ ਦੀ ਜੋਤ ਵੇਖਣੀ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਦਾਂ ਵੇਖਣਾ ਹੈ। ਅੱਖੀਂ ਬਾਝੋਂ ਵੇਖਣਾ, ਕੰਨਾਂ ਤੋਂ ਬਿਨਾਂ ਸੁਣਨਾ, ਨਿੰਦਾ ਚੁਗਲੀ ਨਹੀਂ ਸੁਣਨੀ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਪੈਰਾਂ ਤੋਂ ਬਿਨਾਂ ਚੱਲਣਾ। ਜਦੋਂ ਤੇਰੇ ਪੈਰ ਮਾੜੇ ਪਾਸੇ ਨੂੰ ਤੁਰਦੇ ਨੇ ਇਹਨੂੰ ਰੋਕਣਾ, ਪੈਰਾਂ ਬਾਝੋਂ ਚੱਲਣਾ। ਵਿਣ ਹੱਥਾਂ ਕਰਨਾ, ਜਦੋਂ ਤੇਰੇ ਹੱਥ ਕਿਸੇ ਦਾ ਮਾੜਾ ਕਰਦੇ ਨੇ ਨਾ, ਇਹਨਾਂ ਹੱਥਾਂ ਨੂੰ ਰੋਕਣਾ। ਜੀਭੇ ਬਾਝੋਂ ਬੋਲਣਾ, ਜੀਭ ਤੋਂ ਬਿਨਾਂ ਬੋਲਣਾ, ਕਿਸੇ ਨੂੰ ਮੰਦਾ ਨਹੀਂ ਬੋਲਣਾ। ਜਦੋਂ ਵੀ ਜੀਭ ਚੋਂ ਬੋਲਣਾ ਮਿੱਠਾ ਬੋਲਣਾ। ਪਾਤਸ਼ਾਹ ਕਹਿੰਦੇ ਨਾਨਕ ਹੁਕਮ ਪਛਾਣ ਕੇ, ਇਹ ਆ ਰੱਬ ਦਾ ਹੁਕਮ, ਇਹ ਹੈ ਗੁਰੂ ਦੀ ਮਿਹਰਬਾਨਤਾ, ਇਹਨੂੰ ਲੈਣਾ ਪੈਣਾ। ਜੇ ਕੋਈ ਬੰਦਾ ਕਵੇ ਮਹਾਰਾਜ ਤੁਸੀਂ ਕਿਰਪਾ ਕਰੋ ਫਿਰ ਮੈਂ ਮਿੱਠਾ ਬੋਲਾਂਗਾ, ਤੁਸੀਂ ਕਿਰਪਾ ਕਰੋ ਮੈਂ ਅੱਖਾਂ ਨਾ ਪਰਾਇਆ ਰੂਪ ਨਹੀਂ ਤੱਕਾਂਗਾ, ਇਹਨੂੰ ਮੰਨਣਾ ਪੈਣਾ, ਕਮਾਉਣਾ ਪੈਣਾ। ਕਮਾਵਾਂਗੇ ਤੇ ਗੁਰੂ ਪਿਆਰਿਓ ਫਿਰ ਸੁੱਚੀ ਹੋ ਜਾਵਾਂਗੇ ਮਾਘ ਦੇ ਮਹੀਨੇ 'ਚ। ਤੇ ਜੇ ਗੁਰੂ ਦੇ ਬਚਨ ਨਹੀਂ ਕਮਾਵਾਂਗੇ ਤੇ ਮਾਘ ਦੇ ਮਹੀਨੇ 'ਚ ਵੀ ਆਪਾਂ ਝੂਠੇ ਰਵਾਂਗੇ। ਜੇ ਅੱਖਾਂ ਸਹੀ ਨਾ ਕਰ ਸਕੇ, ਕੰਨ ਸਹੀ ਨਾ ਹੋਏ, ਪੈਰ ਸਹੀ ਨਾ ਹੋਏ, ਹੱਥ ਸਹੀ ਨਾ ਹੋਏ, ਜੇਬਾਂ ਸਹੀ ਨਾ ਹੋਈ, ਤੇ ਪਾਤਸ਼ਾਹ ਕਹਿੰਦੇ ਨੇ ਤੂੰ ਮਾਘ ਦੇ ਮਹੀਨੇ 'ਚ ਸੁੱਚਾ ਨਹੀਂ ਹੋ ਸਕਦਾ। ਮਾਘ ਸੁੱਚੇ ਸੇ ਕਾਂਢੀਏ, ਜਿਨ ਪੂਰਾ ਗੁਰ ਮਿਹਰਬਾਨ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਮਾਘ ਦੇ ਮਹੀਨੇ ਦੀ ਵਿਚਾਰ ਆਪਾਂ ਆਪਣੇ ਜੀਵਨ ਦੇ ਵਿੱਚ ਵਸਾ ਲਈਏ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ ਜੀ। ਗੁਰੂ ਦੇ ਬਚਨ ਜਿਹੜੇ ਤੁਹਾਨੂੰ ਸਮਝ ਆਏ ਨੇ ਉਹ ਆਪਣੀ ਝੋਲੀ 'ਚ ਪਾਇਓ। ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ